ਲਗਭਗ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਿੱਖਾਂ ਦੀ ਨੁਮਾਇੰਦਗੀ ਕਰਦੀ ਪਾਰਟੀ ਅਕਾਲੀ ਦਲ ਦਾ ਗਠਨ 1920 ਵਿੱਚ ਹੋਇਆ ਸੀ ਤੇ ਸਾਨੂੰ ਇਹ ਵੀ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਆਜ਼ਾਦੀ ਦੀ ਲੜਾਈ ਵਿੱਚ ਕੀ ਯੋਗਦਾਨ ਹੈ ਤੇ ਅਸੀਂ ਖੱਬੇ ਪੱਖੀ ਲਹਿਰਾਂ ਤੋਂ ਵੀ ਜਾਣੂ ਹਾਂ। ਪਰ ਸਾਡੇ ਚੋਂ ਕੁਝ ਲੋਕ ਹਾਲੇ ਵੀ ਨਹੀਂ ਜਾਣਦੇ ਕਿ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਸੀ। ਪੰਜਾਬ ਸਰੋਕਾਰ ਦੀ ਪਾਰਟੀਸ਼ਨ ਸੀਰੀਜ਼ ਵਿੱਚ मैं गगनदीप सिंह तुहाडा स्वागत करता हाँ। अज असी गल करांगे यूनियनिस्ट पार्टी की, जिस पार्टी की वंड वेले पंजाब विच सरकार सी। असी विचार वटांदरा किया पंजाब यूनीवर्सिटी के इतिहास विभाग चों डॉक्टर सुखमणी बलरियाड़ नाल। ये 1923 दे विच इहदी फॉर्मेशन हुंदी है पंजाब दे विच। ये जिहड़ी पार्टी सी बड़े लॉयलिस्ट और बड़े मॉडरेट लोगों ने ਇਹਦੇ ਵਿੱਚ ਪਾਰਟਿਸਿਪੇਟ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਇਸ ਪਾਰਟਿਕੂਲਰ ਪੀਰੀਅਡ ਦੇ ਵਿੱਚ ਆਰਮੀ ਦੇ ਵਿੱਚ ਬੜੇ ਲੋਕ ਸੀ ਜਿਹੜੇ ਕਿ ਇੱਥੋਂ ਰਿਕਰੂਟਮੈਂਟ ਹੋ ਕੇ ਬ੍ਰਿਟਿਸ਼ ਆਰਮੀ ਵਿੱਚ ਸਰਵ ਕਰਦੇ ਸੀ। ਸੋ ਇਹ ਹੋਂਦ 'ਚ ਆਈ ਕਿਉਂ, ਦੈਟ ਇਜ਼ ਦ ਮੇਨ ਕੁਐਸਚਨ। ਇਹ ਹੋਂਦ 'ਚ ਐਕਚੁਅਲੀ ਆਈ ਕਿਉਂਕਿ ਇਹ ਬੜੀ ਇੱਕ ਪ੍ਰੋ ਮੁਸਲਿਮ ਐਂਡ ਪ੍ਰੋ ਐਗਰੀਕਲਚਰਿਸਟ ਪਾਰਟੀ ਸੀ। ਇਹ ਬੜੇ ਵੱਡੇ ਵੱਡੇ ਲੈਂਡਲੋਰਡ ਸੀ ਨਾ ਜਿਹੜੇ, ਉਹਨਾਂ ਨੂੰ ਇਨਫੈਕਟ ਬ੍ਰਿਟਿਸ਼ ਰਾਜ ਨੇ ਸੋਚਿਆ ਕਿ ਇਹਨਾਂ ਨੂੰ ਇਹ ਸਾਡੇ ਲੋਇਲ ਆ, ਸੋ ਇਹਨਾਂ ਨੂੰ ਅਸੀਂ ਪੋਲੀਟੀਕਲ ਪਾਵਰ ਦੇ ਵਿੱਚ ਹਿੱਸੇਦਾਰ ਬਣਾ ਸਕਦੇ ਹਾਂ। ਸੋ ਜਦੋਂ ਸਾਡੀਆਂ ਲੈਜਿਸਲੇਟਿਵ ਕਾਉਂਸਲਸ ਜਿਹੜੀਆਂ ਕਿ ਉਹਨਾਂ ਨੇ 1909 1919 ਪਲੱਸ ਉਸ ਤੋਂ ਬਾਅਦ 1935 ਦੇ ਵਿੱਚ ਜਿਹੜੇ ਐਕਟ ਪਾਸ ਕੀਤੇ ਉਹਦੇ ਅਧੀਨ ਦੇਣੀਆਂ ਸੀ, ਉਹਨਾਂ ਨੂੰ ਲੱਗਿਆ ਕਿ ਇਹ ਜਿਹੜੀ ਪੰਜਾਬ ਦੀ ਪ੍ਰੋਵਿੰਸ ਆ ਇੱਥੇ ਐਕਚੁਅਲੀ ਮੁਸਲਿਮ ਮੈਜੋਰਿਟੀ ਸਟੇਟ ਸੀ। ਬਾਕੀ ਦੋਨੋਂ ਕਮਿਊਨਿਟੀਜ਼ ਪ੍ਰਪੋਰਸ਼ਨੇਟਲੀ ਘੱਟ ਸੀ, ਬਟ ਦੋਨੋਂ ਜਦੋਂ ਹਿੰਦੂ ਤੇ ਸਿੱਖ ਜੇ ਰਿਲੀਜੀਅਸ ਐਂਗਲ ਤੋਂ ਦੇਖੀਏ ਜੇ ਇਕੱਠੇ ਹੁੰਦੇ ਆ ਤੇ ਫਿਰ ਇਹ ਬਰਾਬਰ ਆ ਜਾਂਦੇ। 52.3% ਮੁਸਲਮਾਨ ਸੀ ਤੇ 51.8% ਹਿੰਦੂ ਤੇ ਸਿੱਖ। ਸੋ ਇਹ ਬੜੀ ਪਿਕਿਊਲਰ ਕੰਡੀਸ਼ਨ ਸੀ। ਸੋ ਇੱਕ ਫਜ਼ਲੇ ਹੁਸੈਨ, ਸਰ ਫਜ਼ਲੇ ਹੁਸੈਨ ਸੀ, ਤੁਸੀਂ ਸਰ ਤੋਂ ਖਿਤਾਬ ਵੀ ਉਹਨਾਂ ਨੂੰ ਮਿਲਿਆ ਹੋਇਆ ਸੀ। ਉਹ ਬੜੇ ਲੋਇਲ ਸੀ ਟੂ ਦ ਬ੍ਰਿਟਿਸ਼ ਰਾਜ ਔਰ ਬਹੁਤ ਵੱਡਾ ਐਗਰੀਕਲਚਰਿਸਟ ਲੈਂਡਲੋਰਡ ਸੀ ਵੈਸਟ ਪੰਜਾਬ 'ਚ ਜੋ ਪਾਕਿਸਤਾਨ ਹੈ ਹੁਣ। ਸੋ ਉਹਨਾਂ ਨੇ ਬੜੀ ਕਲੈਵਰਲੀ ਸੋਚ ਲਿਆ। ਉਹ ਆਲਰੇਡੀ ਮੈਂਬਰ ਲੈਜਿਸਲੇਟਿਵ ਕਾਉਂਸਲ ਦੇ ਸੀ ਉਸ ਵੇਲੇ, ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਪੰਜਾਬ ਦੇ। ਸੋ ਉਹਨਾਂ ਨੇ ਸੋਚਿਆ ਵੀ ਅਦਰਵਾਈਜ਼ ਤਾਂ ਮੇਰੀ ਪਾਵਰ ਨਹੀਂ ਰਹੂਗੀ, ਸਟਰੋਂਗ ਹੋਲਡ ਨਹੀਂ ਰਹੂਗਾ ਮੁਸਲਮਾਨਾਂ ਦਾ, ਬਟ ਜੇ ਮੈਂ ਇਸ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਵਿੱਚ ਇੱਕ ਰੂਰਲ ਜਿਹੜੇ ਗਰੁੱਪ ਆ ਬਣਾ ਲਿਆ ਜਾਵੇ, ਜਿਹੜੀ ਰੂਰਲ ਦੇ ਕੈਨ ਬੀ ਪੈਜ਼ੈਂਟਰੀ, ਜਿੱਦਾਂ ਵੱਡੇ ਲੈਂਡਲੋਰਡ ਵੀ ਤੇ ਦੂਸਰੇ ਵੀ, ਕਿਉਂਕਿ ਉਹ ਉਸ ਵੇਲੇ ਸਿਰਫ ਲੈਂਡਲੋਰਡਸ ਹੀ ਲੈਜਿਸਲੇਟਿਵ ਕਾਉਂਸਲਸ ਦੇ ਮੈਂਬਰ ਬਣ ਸਕਦੇ। ਇਸੇ ਦੌਰਾਨ ਹੀ ਇੱਥੇ ਇੱਕ ਸਾਊਥ ਈਸਟ ਪੰਜਾਬ ਦੇ ਜਿਹੜੇ ਨੇਤਾ ਸੀ ਉਹ ਉੱਭਰ ਕੇ ਆਏ। ਇਨਫੈਕਟ ਉਹ ਵੀ ਮੈਂਬਰ ਲੈਜਿਸਲੇਟਿਵ ਕਾਉਂਸਲ ਦੇ, ਸਰ ਛੋਟੂ ਰਾਮ, ਉਹ ਵੀ ਵੱਡਾ ਲੈਂਡਲੋਰਡ ਸੀ। ਸੋ ਉਹ ਜਦੋਂ ਅੰਦਰ ਐਂਟਰ ਕਰ ਗਏ ਤੇ ਇਹਨਾਂ ਨੇ ਫਿਰ ਇਕੱਠੇ ਮਿਲ ਕੇ ਹੀ ਇਹ ਬਲਾਕ ਖੜਾ ਕਰ ਲਿਆ। ਰੋਹਤਕ ਜ਼ਿਲ੍ਹੇ ਦੇ ਸਰ ਛੋਟੂ ਰਾਮ ਯੂਨੀਅਨਿਸਟ ਪਾਰਟੀ ਦੇ ਅਹਿਮ ਹਿੰਦੂ ਆਗੂ ਸਨ। ਉਹ ਇਸ ਪਾਰਟੀ ਦੀ ਸਰਕਾਰ ਵਿੱਚ ਡਿਵੈਲਪਮੈਂਟ ਮਿਨਿਸਟਰ ਸਨ। ਪਾਰਟੀ ਦੇ ਬਾਕੀ ਮੈਂਬਰਾਂ ਵਾਂਗ ਸਰ ਛੋਟੂ ਰਾਮ ਵੀ ਵੱਡੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਪਰ ਛੋਟੇ ਕਿਸਾਨਾਂ ਲਈ ਕੀਤੇ ਕੰਮ ਲਈ ਉਹਨਾਂ ਨੂੰ ਹੁਣ ਤੱਕ ਵੀ ਸਰਾਹਿਆ ਜਾਂਦਾ ਹੈ। ਇਹ ਛੋਟੇ ਕਿਸਾਨੀ ਦੇ ਫੇਵਰ ਦੇ ਵਿੱਚ ਜਦੋਂ ਅਸੀਂ ਸਰ ਛੋਟੂ ਰਾਮ ਬਾਰੇ ਪੜ੍ਹਦੇ ਹਾਂ, ਉਹ ਡੈਫੀਨਿਟਲੀ ਸਾਨੂੰ ਦਿਖਦਾ ਹੈ। ਬਟ ਈਵਨ ਜਿਹੜੇ ਵੱਡੇ ਲੈਂਡਲੋਰਡ ਵੈਸਟ ਪੰਜਾਬ ਵਾਲੇ ਸੀ, ਮੀਆਂ ਫਜ਼ਲੇ ਹੁਸੈਨ ਵੀ, ਉਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਐਗਰੀਕਲਚਰਿਸਟ, ਛੋਟੇ ਐਗਰੀਕਲਚਰਿਸਟ ਦੇ ਅਗੇਂਸਟ ਸੀ। ਨੋ, ਇਨਫੈਕਟ ਉਹ ਪ੍ਰੋ ਸੀ ਛੋਟੇ ਦੇ ਵੀ, ਬਟ ਇਹ ਐਗਰੀਰੀਅਨ ਕਿਉਂਕਿ ਸਟੇਟ ਸੀ। ਅੰਗਰੇਜ਼ਾਂ ਦਾ ਬੜਾ ਸਿੰਪਲ ਸੀ ਵੀ ਅਸੀਂ ਇੱਥੋਂ ਜਿੰਨਾ ਰੈਵਨਿਊ ਇਕੱਠਾ ਕਰ ਸਕਦੇ ਹਾਂ। ਉਹਨਾਂ ਨੇ ਤਾਂ 19ਵੀਂ ਸਦੀ ਦੇ ਅਖੀਰ ਵਿੱਚ ਕਨਾਲਸ ਡਿਗ ਕੀਤੀਆਂ,
ਪਾਣੀ ਪਹੁੰਚਾਇਆ ਵੈਸਟ ਪੰਜਾਬ ਦੇ ਵਿੱਚ ਵੀ, ਬੈਰਨ ਲੈਂਡਸ ਦੇ ਵਿੱਚ ਵੀ, ਤਾਂ ਕਿ ਇੱਥੇ ਪ੍ਰੋਡਕਟਿਵਿਟੀ ਹੋਏ, ਤੇ ਰੈਵਨਿਊ ਰਿਕਾਰਡਸ ਉਹਨਾਂ ਨੇ ਸਿੱਧੇ ਕੀਤੇ ਤਾਂ ਕਿ ਅਸੀਂ ਕਲੈਕਟ ਕਰਕੇ ਤੇ ਫਾਇਦਾ ਹੋਵੇ। ਸੋ ਇਹ ਛੋਟੇ ਜ਼ਮੀਂਦਾਰਾਂ ਦੇ ਵੀ ਇੰਝ ਉਲਟ ਨਹੀਂ ਹੈ ਐਪਰੈਂਟਲੀ ਦਿਖਦੀ, ਬਟ ਪਾਰਟੀ ਦੇ ਵਿੱਚ ਰੈਪਰੈਜ਼ੈਂਟ ਵੱਡੇ ਲੈਂਡਲੋਰਡਸ ਹੀ ਕਰਦੇ ਆ, ਜਿਨ੍ਹਾਂ ਨੂੰ ਇਹ ਸੀ ਵੀ ਅਸੀਂ ਪਾਵਰ 'ਚ ਵੀ ਰਹੀਏ, ਅੰਗਰੇਜ਼ਾਂ ਨੂੰ ਦੇ ਨੇੜੇ ਵੀ ਰਹੀਏ, ਤੇ ਨਾਲੇ ਅਸੀਂ ਥੋੜ੍ਹਾ ਆਪਣਾ ਡੋਮੀਨੇਸ਼ਨ ਇਨ ਦੀ ਏਰੀਆ ਹੋਵੇ। ਸੋ ਇਸ ਕਰਕੇ ਬਟ ਜਿਹੜੇ ਸਰ ਛੋਟੂ ਰਾਮ ਸੀ, ਡੈਫੀਨੇਟਲੀ ਜਦੋਂ ਅਸੀਂ ਪਾਰਟੀ ਦੇ ਬਾਰੇ ਦੇਖਦੇ ਹਾਂ, ਉਹ ਸਾਊਥ ਈਸਟ ਪੰਜਾਬ ਦੇ ਵਿੱਚ ਬੜੀਆਂ ਲੈਜਿਸਲੇਸ਼ਨਸ ਇਹਨਾਂ ਨੇ ਪਾਸ ਕੀਤੀਆਂ ਜਿਹੜੀ ਕਿ ਜਨਰਲੀ ਐਗਰੀਕਲਚਰਸ ਦੇ ਹੱਕ ਵਿੱਚ ਸੀ। ਸੋ ਇਸ ਕਰਕੇ ਪਾਰਟੀ ਪੋਪੂਲਰ ਬੜੀ ਹੋਈ ਰੂਰਲ ਏਰੀਆਜ਼ ਦੇ ਵਿੱਚ ਪਰਟੀਕੁਲਰਲੀ। ਅਰਬਨ ਏਰੀਆਜ਼ ਦੇ ਵਿੱਚ ਇੰਨੀ ਪੋਪੂਲੈਰਿਟੀ ਨਹੀਂ ਸੀ। ਅਰਬਨ ਏਰੀਆਜ਼ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਕਿਉਂਕਿ ਸਪੇਅਰ ਹੈਡ ਕਰ ਰਹੀ ਸੀ ਮੂਵਮੈਂਟ, ਔਰ ਗਾਂਧੀ ਆਲਰੇਡੀ ਬੜੇ ਪ੍ਰੋਮੀਨੈਂਸ 'ਚ ਆਏ ਹੋਏ ਸੀ। ਇੱਥੇ ਪੰਜਾਬ ਦੇ ਵਿੱਚ ਜਲਿਆਂਵਾਲਾ ਬਾਗ ਵੀ 1919 ਦੇ ਵਿੱਚ ਹੋ ਗਿਆ ਸੀ ਇੰਸੀਡੈਂਟ। ਸੋ ਇੱਥੇ ਡਿਸਕੰਟੈਂਟਮੈਂਟ ਵੀ ਸੀ ਅਰਬਨ ਕਲਾਸਿਸ ਜਦੋਂ ਰੂਰਲ ਕਲਾਸਿਸ ਦੇ ਨਾਲ ਮਿਲ ਕੇ। ਸੋ ਇਟ ਇਜ਼ ਵੈਰੀ ਇੰਟਰਸਟਿੰਗ ਕਿ ਇਹ ਹੌਲੀ ਹੌਲੀ ਇਹ ਪਾਵਰ ਦੇ ਵਿੱਚ ਆਉਂਦੇ ਗਏ। ਪੋਲੀਟੀਕਲੀ ਜੇ ਅਸੀਂ ਦੇਖਦੇ ਹਾਂ ਤੇ ਸ਼ਹਿਰੀ ਜਿਹੜੇ ਹਿੰਦੂ ਕਮਿਊਨਿਟੀ ਸੀ ਉਹ ਡੈਫੀਨੇਟਲੀ ਜ਼ਿਆਦਾ ਪ੍ਰੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀ, ਜ਼ਿਆਦਾ ਤੌਰ 'ਤੇ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂ। ਬਟ ਰੂਰਲ ਸਾਈਡ ਦੇ ਉੱਤੇ ਇੱਥੇ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੁੰਦੀ ਹੈ ਕਿ ਯੂਨੀਅਨਿਸਟਸ ਵੀ ਇਹਨਾਂ ਨੂੰ ਬੜੇ ਪਸੰਦ ਲੋਕਾਂ ਨੂੰ ਹੈਗੇ, ਕਿਉਂਕਿ ਸਟ੍ਰੈਂਡਸ ਬੜੇ ਡਿਫਰੈਂਟ ਹੋ ਗਏ। ਇੰਟਰਸਟ ਆ ਵੀ ਅਸੀਂ ਨਾਲ ਵੀ ਰਹੀਏ ਬ੍ਰਿਟਿਸ਼ ਦੇ, ਫਾਇਦਾ ਵੀ ਕਰੀਏ ਪੰਜਾਬ ਦਾ। ਸੋ ਕੁਛ ਤਾਂ ਯੂਨੀਅਨਿਸਟਸ ਦੇ ਵਿੱਚ ਰਹਿਣਗੇ, ਕੁਛ ਇੰਟਰਸਟਿੰਗਲੀ ਜਿਹੜੇ ਰੂਰਲ ਏਰੀਆ ਦੇ ਵਿੱਚ ਹੈਗੇ ਨਾ ਉਹ ਤਕਰੀਬਨ ਕਲੀਅਰਲੀ ਹੀ ਕਿ ਅਸੀਂ ਤਾਂ ਲੈਫਟ ਓਰੀਐਂਟਡ ਪਾਰਟੀਜ਼ ਦੇ ਵਿੱਚ ਰਹਿਣਾ, ਕਿਉਂਕਿ ਆਲਰੇਡੀ ਉਹਦੇ 'ਤੇ ਵੀ ਆਪਾਂ ਗੱਲ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਲੈਫਟ ਓਰੀਐਂਟਡ ਜਿਹੜੇ ਇੱਥੇ ਬੜੀ ਗਰੋਥ ਹੁੰਦੀ ਹੈ, ਮਸ਼ਰੂਮ ਹੁੰਦੇ ਹਨ 20s। ਬੇਸ਼ੱਕ ਮੁਸਲਮਾਨ ਭਾਈਚਾਰਾ ਇਸ ਪਾਰਟੀ ਵਿੱਚ ਜ਼ਿਆਦਾ ਹਾਵੀ ਸੀ, ਪਰ ਸਰ ਛੋਟੂ ਰਾਮ ਵਰਗੇ ਹਿੰਦੂ ਆਗੂ ਤੇ ਇਸ ਪਾਰਟੀ ਦਾ ਖਾਲਸਾ ਨੈਸ਼ਨਲ ਪਾਰਟੀ ਨਾਲ ਅਲਾਇੰਸ ਇਸ ਪਾਰਟੀ ਦਾ ਧਰਮ ਨਿਰਪੱਖ ਚਿਹਰਾ ਪੇਸ਼ ਕਰਦਾ ਸੀ। ਪਰ ਇੱਕ ਸਮੇਂ 'ਤੇ ਆ ਕੇ ਪੰਜਾਬ ਵਿੱਚ ਫਿਰਕਾਪ੍ਰਸਤੀ ਜ਼ਿਆਦਾ ਹਾਵੀ ਹੋ ਜਾਂਦੀ ਹੈ। ਇਹੀ ਸਵਾਲ ਅਸੀਂ ਡਾਕਟਰ ਰਿਆੜ ਤੋਂ ਪੁੱਛਿਆ। ਬੇਸਿਕਲੀ ਇਹ ਸਵਾਲ ਥੋੜਾ ਜਿਹਾ ਟ੍ਰਿਕੀ ਆ, ਬਟ ਡੈਫੀਨੇਟਲੀ ਕਮਿਊਨਲ ਹੌਲੀ ਹੌਲੀ ਹੋ ਗਏ, ਹੌਲੀ ਹੌਲੀ, ਕਿਉਂਕਿ ਇੰਟਰਸਟ ਸੀਗਾ। ਜਦੋਂ ਤੁਸੀਂ ਇੰਟਰਸਟ ਦੀ ਗੱਲ ਕਰਦੇ ਹੋ ਦੈਟ ਇਜ਼ ਦੀ ਰੂਟ ਕਾਜ਼ ਆਫ ਕਮਿਊਨਲਿਜ਼ਮ। ਕਮਿਊਨਲਿਜ਼ਮ ਅਸੀਂ ਕਿਹਨੂੰ ਕਮਿਊਨਲ ਕਹਿੰਦੇ ਹਾਂ? ਕਮਿਊਨਲ ਬੇਸਿਕਲੀ ਆਪਾਂ ਉਸੇ ਬੰਦੇ ਨੂੰ ਕਹਿੰਦੇ ਹਾਂ ਜਿਹੜਾ ਸਿਰਫ ਆਪਣੀ ਕਮਿਊਨਿਟੀ ਦਾ ਇੰਟਰਸਟ ਦੇਖੇ। ਸੋ ਇਸ ਕੇਸ ਦੇ ਵਿੱਚ ਡੈਫੀਨੇਟਲੀ ਅਸੀਂ ਮੁਸਲਮਾਨ ਲੀਡਰ ਜਿਹੜੇ ਹੈ ਉਹ ਵੀ ਹੋਏ ਤੇ ਹਿੰਦੂ ਲੀਡਰ ਵੀ ਡੈਫੀਨੇਟਲੀ ਆਪਣੀ ਕਮਿਊਨਿਟੀ ਬਾਰੇ, ਆਪਣੇ ਏਰੀਆ ਬਾਰੇ ਵੀ ਦੇਖਦੇ ਆ। ਸਿੱਖ ਵੀ ਸੇਮ ਸੀ, ਇਟ ਇਜ਼ ਹਮੇਸ਼ਾ ਕਾਊਂਟਰ ਪ੍ਰੋਡਕਟਿਵ ਨਹੀਂ, ਇੱਕ ਬੰਨਿਓ ਸ਼ੁਰੂ ਹੁੰਦਾ ਦੂਸਰੇ ਬੰਨਿਓ ਉਹਦਾ ਰਿਐਕਸ਼ਨ ਹੁੰਦਾ। ਸੋ ਇੱਥੇ ਬੜੀ ਇੰਟਰਸਟਿੰਗ ਚੀਜ਼ ਹੈ ਕਿ ਅਸੀਂ ਇਸ ਵੇਲੇ ਹਿਸਟਰੀ ਦੇ ਵਿੱਚ ਇਹ ਬੜੀ ਗ੍ਰੈਜੂਅਲੀ ਆਇਆ, 20s ਤੱਕ ਨਹੀਂ ਸੀ, ਬਟ 30 ਦੇ ਬਾਅਦ ਜਦੋਂ ਹੌਲੀ ਹੌਲੀ ਉਹਨਾਂ ਨੇ ਨਾ ਤੁਹਾਡੀ ਰਿਜ਼ਰਵੇਸ਼ਨ ਕੀਤੀ ਕਾਉਂਸਲਸ ਦੀ ਐਂਟਰੀ ਦੇ ਵਿੱਚ, ਉੱਥੋਂ ਤੋਂ ਸਾਡਾ ਝਗੜਾ ਜ਼ਿਆਦਾ ਵੱਧ ਗਿਆ। ਅਸੀਂ ਆਪਣੇ ਆਪ ਨੂੰ ਆਪਣੀ ਕਮਿਊਨਿਟੀ ਲਈ ਵੀ ਮੇਰਾ ਰੈਪਰੈਜ਼ੈਂਟੇਟਿਵ ਕਾਉਂਸਲ ਵਿੱਚ ਬੈਠੂਗਾ ਤੇ ਮੇਰੀ ਕਮਿਊਨਿਟੀ ਦੀ ਮੇਰੀ ਗੱਲ ਕਰੂਗਾ, ਨਹੀਂ ਤਾਂ ਦੂਜਾ ਨਹੀਂ ਕਰੂਗਾ। ਇੱਕ ਦੂਜੇ ਨੂੰ ਡਾਊਟ ਕਰਨ ਲੱਗ ਗਏ। ਕਮਿਊਨਲਿਜ਼ਮ ਇੱਦਾਂ ਹੀ ਤੁਹਾਡੀ ਐਕਸਪੈਂਡ ਕਰਦੀ। ਪਹਿਲੇ ਸਟੇਜ ਵਿੱਚ ਕੋਈ ਵੀ ਨਹੀਂ ਕਹਿੰਦਾ ਮੈਂ ਤੈਨੂੰ ਮਾਰਨ ਜਾਊਂਗਾ, ਉਹ ਪਹਿਲੀ ਸਟੇਜ ਇੱਦਾਂ ਦੀ ਹੁੰਦੀ ਹੈ ਕਿ ਮੈਂ ਆਪਣਾ ਇੰਟਰਸਟ ਆ, ਮੈਂ ਇਹ ਰਿਲੀਜਨ ਫੋਲੋ ਕਰਨਾ ਹੈ, ਮੇਰਾ ਕੋਈ ਦੂਸਰੇ ਨਾਲ ਲੈਣਾ ਦੇਣਾ ਨਹੀਂ। ਹੌਲੀ ਹੌਲੀ ਉਹ ਗੱਲ ਜਿਹਨੂੰ ਕਹਿੰਦੇ ਉਹ ਵੱਧਦੀ ਆ
ਵਧਣ ਦੇ ਉੱਤੇ ਫਿਰ ਮੇਰੇ ਇੰਟਰਸਟ ਹੁੰਦੇ ਆ, ਮੇਰੀ ਨੌਕਰੀਆਂ, ਮੇਰੀ ਉਹਦੇ ਵਿੱਚ ਪੋਲੀਟੀਕਲ ਸਟਰੈਂਥ ਕੀ ਹੈਗੀ। ਸੋ ਉਹ ਹੌਲੀ 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 ਗੱਲਾਂ ਉਹ ਐਡ ਕਰੀ ਜਾਂਦਾ, ਮੇਰੇ ਇੰਟਰਸਟ, ਮੇਰੀ ਕਮਿਊਨਿਟੀ। ਤੇ ਤੀਜੀ ਸਟੇਜ ਦੇ ਵਿੱਚ ਤੇ ਅਸੀਂ ਇੱਕ ਦੂਜੇ ਨੂੰ ਹੇਟ ਕਰਦੇ ਹਾਂ, ਇੱਕ ਦੂਜੇ ਦਾ ਵੀ ਮੈਂ ਰਹਿ ਹੀ ਨਹੀਂ ਸਕਦਾ, ਮੈਨੂੰ ਖਤਰਾ, ਮੇਰਾ ਨੇਬਰ ਮੁਸਲਮਾਨ ਹੈ ਤਾਂ ਮੈਨੂੰ ਮਾਰ ਦੂਗਾ। ਇਹ ਹੋਇਆ ਪੰਜਾਬ ਦੇ ਵਿੱਚ ਬੇਸਿਕਲੀ। ਸੋ ਬੜੀ ਐਕਸਟ੍ਰੀਮ ਔਰ ਡੇਂਜਰਸ ਜਿਹਾ ਅਸੀਂ ਆਊਟਲੁੱਕ ਦੇਖਦੇ ਹਾਂ। ਪੰਜਾਬ ਦੇ ਮੁਸਲਮਾਨ ਯੂਨੀਅਨਿਸਟ ਪਾਰਟੀ ਨਾਲ ਨੇੜਤਾ ਰੱਖਦੇ ਸਨ ਤੇ ਇਤਿਹਾਸਕਾਰ ਲਿਖਦੇ ਹਨ ਕਿ ਜਿਨ੍ਹਾਂ ਦੀ ਮੁਸਲਿਮ ਲੀਗ ਦਾ ਪੰਜਾਬ ਵਿੱਚ ਕੋਈ ਦਫ਼ਤਰ ਵੀ ਨਹੀਂ ਸੀ ਤੇ ਫਿਰ ਵੀ ਜਿਨ੍ਹਾਂ ਪੰਜਾਬ ਦੇ ਮੁਸਲਮਾਨਾਂ ਦਾ ਦਿਲ ਜਿੱਤਣ ਵਿੱਚ ਕਿਵੇਂ ਕਾਮਯਾਬ ਹੁੰਦੇ ਹਨ। ਪੰਜਾਬ ਦਾ ਐਕਚੁਅਲੀ ਮੈਪ ਦੇਖੀਏ ਉਸ ਵੇਲੇ, ਵੈਸਟ ਪੰਜਾਬ ਦੇ ਵਿੱਚ ਤੇ ਟੋਟਲੀ ਇਟ ਵਾਜ਼ ਦ ਮੁਸਲਿਮ ਡੋਮੀਨੇਟਡ ਏਰੀਆ, ਔਰ ਜਿੰਨਾ ਸਾਹਿਬ ਨੇ ਵੀ ਇਹ ਬੜੀ ਕਲੀਅਰਲੀ ਦੇਖ ਲਿਆ ਸੀ। ਤੇ ਇੰਟਰਸਟਿੰਗਲੀ ਜਿੰਨਾ ਵਾਂਟਡ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਫਜ਼ਲੇ ਹੁਸੈਨ ਤੋਂ ਯੂਨੀਅਨਿਸਟ ਪਾਰਟੀ ਨੂੰ, ਉਸ ਤੋਂ ਬਾਅਦ ਇਹਨਾਂ ਦੇ ਨੈਕਸਟ ਲੀਡਰ ਜਿਹੜੇ ਸੀਗੇ ਹਯਾਤ ਖਾਨ, ਸੋ ਸਿਕੰਦਰ ਹਯਾਤ ਖਾਨ ਨੂੰ ਉਹਨਾਂ ਨੇ ਵਿਨ ਕਰਨਾ ਸ਼ੁਰੂ ਕੀਤਾ ਬੇਸਿਕਲੀ। ਬਟ ਉਸ ਤੋਂ ਬਾਅਦ ਕੀ ਹੋਇਆ ਕਿ ਸਿਕੰਦਰ ਹਯਾਤ ਦੇ ਨਾਲ ਉਹਨਾਂ ਨੇ ਪੈਕਟ ਕੀਤਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਮੁਸਲਿਮ ਡੋਮੀਨੇਟਡ ਏਰੀਆ, ਕਿਉਂਕਿ ਇੱਥੇ ਤੇ ਯੂਨੀਅਨਿਸਟ ਹੀ ਸੀ, ਮੁਸਲਿਮ ਲੀਗ ਦਾ ਕੋਈ ਰੋਲ ਹੀ ਹੈ ਨਹੀਂ ਸੀ। ਬਟ ਹੌਲੀ ਹੌਲੀ ਉਹਨਾਂ ਨੇ ਅਜ਼ਿਊਮ ਕਰ ਲਿਆ। ਬਟ ਇਹ ਲੇਟਰ ਔਨ, ਇਟ ਇਜ਼ ਇਨ 40s ਬੇਸਿਕਲੀ, ਜਿਹੜੀਆਂ ਉਦੋਂ ਇਲੈਕਸ਼ਨਸ ਹੁੰਦੀਆਂ ਨਾ 40s ਦੇ ਵਿੱਚ, ਉਦੋਂ ਫਿਰ ਮੁਸਲਿਮ ਲੀਗ ਵੱਲ ਨੂੰ ਸਾਰੇ ਦੇ ਸਾਰੇ ਡਾਇਵਰਟ ਕਰਦੇ। ਸੇਮ ਲੀਡਰ, ਉੱਥੇ ਅਸੀਂ ਇੰਨੇ ਕਮਿਊਨਲ ਹੋ ਜਾਂਦੇ ਕਿਉਂਕਿ ਬਾਏ ਦਾ ਟਾਈਮ ਪਾਕਿਸਤਾਨ ਦਾ ਸਲੋਗਨ ਆਉਂਦਾ ਹੈਗਾ, ਸੋ ਸਾਰੀਆਂ ਕਮਿਊਨਿਟੀਜ਼ ਆਪਣੇ ਆਪਣੇ ਇੰਟਰਸਟ ਦੇ ਬਾਰੇ ਸੋਚਣ ਲੱਗਦੀਆਂ। ਜਿਨ੍ਹਾਂ ਵਾਜ਼ ਅ ਵੈਰੀ ਸਟ੍ਰੈਟੇਜਿਕ ਲੀਡਰ, ਜਿਹਨੂੰ ਵੀ ਇੰਨਾ ਕੁ ਮੈਂ ਮੰਗਾ ਤੇ ਉਹਨੂੰ ਜੇ ਮਿਲਦਾ ਸੀ ਸਰਕਾਰ ਤੋਂ, ਉਹ ਫਿਰ ਹੋਰ ਅੱਗੇ ਵੱਧਦਾ ਸੀ, ਉਹ ਫਿਰ ਹੋਰ ਅੱਗੇ ਵੱਧਦਾ ਸੀ। ਹਿਸ ਡਿਮਾਂਡਸ ਕੈਪਟ ਔਨ ਇਨਕਰੀਜ਼ਿੰਗ। ਸੋ ਇਹ ਪੰਜਾਬ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਯੂਨੀਅਨਿਸਟਸ ਹੈ, ਬਟ ਇਹ ਤਾਂ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਲੀਡਰ ਤਾਂ ਤਕੜੇ ਹੈਗੇ ਆ, ਤੇ ਆਪਣੇ ਆਪਣੇ ਏਰੀਆ ਦੇ ਵਿੱਚ ਇੱਕ ਸਿੱਖ ਵੀ ਆ, ਇੱਕ ਹਿੰਦੂ ਵੀ ਆ, ਇੱਕ ਮੁਸਲਮਾਨ ਵੀ ਆ, ਤੇ ਇਹ ਤੇ ਮੁਸਲਿਮਸ ਦੀ ਕਿਹੜੀ ਡੋਮੀਨੇਸ਼ਨ ਹੋਈ। ਸੋ ਦੈਟ ਇਜ਼ ਵੇਅਰ ਹੀ ਪਲੇਸ ਦੈਟ ਕਾਰਡ ਵੀ ਹੁਣ ਮੈਂ ਨਾ ਇਹ ਕਾਰਡ ਖੇਡਾਂ। ਤੇ ਤਾਂ ਹੀ ਸਿਕੰਦਰ ਦੇ ਨਾਲ ਉਹ ਕਾਫੀ ਸਿਕੰਦਰ ਦੇ ਨਾਲ ਪੈਕਟ ਕਰਦੇ ਆ ਕਿ ਤੂੰ ਹੁਣ ਆ ਟੇਬਲ ਦੇ ਉੱਤੇ ਮੇਰੇ ਨਾਲ ਰਲ। ਸੋ ਹੌਲੀ 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 ਉਹ ਵੱਧਦਾ। ਜਦੋਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਡਿਮਾਂਡ ਕਰ ਰਹੇ ਮੁਸਲਿਮ ਮੈਜੋਰਿਟੀ ਏਰੀਆਜ਼ ਐਗਰੀ ਕਰ ਜਾਣਗੇ ਬ੍ਰਿਟਿਸ਼, ਜਿੱਥੇ ਜਿੱਥੇ ਤੁਸੀਂ ਮੈਜੋਰਿਟੀ 'ਚ ਉਹ ਤੁਹਾਨੂੰ ਦੇ ਸਕਦੇ, ਪਰ ਜਿਨ੍ਹਾਂ ਨੇ ਕਦੇ ਸਪੈਲ ਆਊਟ ਨਹੀਂ ਕੀਤਾ ਕਿ ਪੰਜਾਬ ਜਾਂ ਬੰਗਾਲ ਦੇ ਵਿੱਚ, ਪਤਾ ਉਹਨੂੰ ਸੀ ਵੀ ਮੈਜੋਰਿਟੀ ਹੈ ਇਨ ਦੀਜ਼ ਏਰੀਆਜ਼, ਬਟ ਉਹਨੇ ਕਦੇ ਸਪੈਲ ਆਊਟ ਨਹੀਂ ਕੀਤਾ ਕਿ ਪਾਕਿਸਤਾਨ ਕੀ ਹੋਊਗਾ, ਉਹਦੀ ਬਾਉਂਡਰੀ ਕੀ ਹੋਊਗੀ। ਸੋ ਇਹ ਤੇ ਜਾ ਕੇ 46 ਦੇ ਵਿੱਚ ਐਕਚੁਅਲੀ ਬਾਉਂਡਰੀ ਡਿਸਾਈਡ ਹੁੰਦੀ ਹੈ। 1946 ਦੀਆਂ ਚੋਣਾਂ ਵਿੱਚ ਜਿਨ੍ਹਾਂ ਦੀ ਮੁਸਲਿਮ ਲੀਗ ਪੰਜਾਬ ਵਿੱਚ ਪਹਿਲਾਂ ਨਾਲੋਂ ਕਿਤੇ ਬਿਹਤਰ ਪਰਫਾਰਮ ਕਰਦੀ, ਪਰ ਸਰਕਾਰ ਬਣਾਉਣ ਵਿੱਚ ਇਹ ਪਾਰਟੀ ਕਾਮਯਾਬ ਨਹੀਂ ਹੁੰਦੀ। ਸਰਕਾਰ ਬਣਦੀ ਹੈ ਯੂਨੀਅਨਿਸਟ ਪਾਰਟੀ ਦੀ ਸਰ ਖਿਜ਼ਰ ਟਿਵਾਣਾ ਦੀ ਅਗਵਾਈ ਹੇਠ। ਖਿਜ਼ਰ ਵੀ ਬਹੁਤ ਵੱਡਾ ਲੈਂਡਲੋਰਡ ਸੀ ਆਫ ਵੈਸਟ ਪੰਜਾਬ। ਇਹ ਬਿਲਕੁਲ ਉਸੇ ਐਂਗਲ ਤੋਂ ਸੀ ਜੋ ਸਿਕੰਦਰ ਸੀ, ਆਲਮੋਸਟ ਆਫ ਦ ਸੇਮ ਸਟੇਚਰ। ਤੇ ਖਿਜ਼ਰ ਹਯਾਤ ਖਾਨ ਦੀ ਵੀ ਪ੍ਰੋਬਲਮ ਬੜੀ ਸਿੰਪਲ ਸੀ, 42 ਤੋਂ ਬਾਅਦ ਆ ਇਹ ਬੇਸਿਕਲੀ ਆਉਂਦੇ। ਸੋ ਇਹ ਪਾਵਰ 'ਚ ਕਿੱਦਾਂ ਰਹਿਣ, ਹੀ ਬਿਕੇਮ ਡਿਪੈਂਡੈਂਟ ਔਨ ਦ ਖਾਲਸਾ ਨੈਸ਼ਨਲ ਪਾਰਟੀ। ਇਹ ਜਿਹੜੀ 46 ਦੀਆਂ ਇਲੈਕਸ਼ਨਾਂ ਹਨ, 37 ਵਾਲੀਆਂ ਦੇ ਵਿੱਚ ਤੇ ਯੂਨੀਅਨਿਸਟ ਪਾਰਟੀ ਕਲੀਨ ਸਵੀਪ ਸੀ।
ਪਰ ਉਹ ਦੂਸਰਿਆਂ ਨੂੰ ਵੀ ਨਾਲ ਹੀ ਰੱਖਦੇ ਸੀ। ਬਟ 46 ਦੀ ਜਿਹੜੀ ਆ ਨਾ ਇਲੈਕਸ਼ਨ, ਉਹਦੇ ਵਿੱਚ ਮਾਤ ਪੈਂਦੀ ਹੈ ਇਹਨਾਂ ਨੂੰ, ਕਿਉਂਕਿ ਸਾਰੀ ਦੀ ਸਾਰੀ ਵੋਟ ਇਟ ਵੈਂਟ ਟੂ ਦੀ ਮੁਸਲਮਾਨਾਂ ਨੇ ਮੁਸਲਮਾਨਾਂ ਨੂੰ ਪਾਈ, ਸਿੱਖਾਂ ਨੇ ਸਿੱਖਾਂ ਨੂੰ ਪਾਈ, ਹਿੰਦੂਆਂ ਨੇ ਹਿੰਦੂਆਂ ਨੂੰ ਪਾਈ। ਸੋ ਕਾਂਗਰਸ ਦੀ ਜਿਹੜੀ ਵੋਟ ਸੀ ਉਹ ਬੜਾ ਸ਼ਰਿੰਕ ਕੀਤਾ। ਬਟ ਜਦੋਂ ਮਿਨਿਸਟਰੀ ਬਣਨ ਲੱਗੀ ਉਹ ਮੁਸਲਿਮ ਲੀਗ ਦੀ ਨਹੀਂ ਬਣੀ, ਹਾਲਾਂਕਿ ਦੇਵਰ ਮੈਜੋਰਿਟੀ ਪਾਰਟੀ। ਇਹ ਸਾਰੀਆਂ ਪਾਰਟੀਆਂ ਦੂਸਰੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਮਿਨਿਸਟਰੀ ਫਾਰਮ ਕਰ ਲਈ, ਜਿਨ੍ਹਾਂ ਨੇ ਬਹੁਤ ਬੁਰਾ ਮਨਾਇਆ। ਇਹ ਆਲਰੇਡੀ 37 ਦੇ ਵਿੱਚ ਯੂਪੀ ਦੀ ਇਲੈਕਸ਼ਨ 'ਚ ਵੀ ਸੇਮ ਚੀਜ਼ ਹੋਈ ਸੀ। ਮਤਲਬ ਪੰਜਾਬ ਦੇ ਵਿੱਚ ਡਿਵੀਜ਼ਨ ਵਾਲੀ ਕੋਈ ਗੱਲ ਖਾਸ ਸੀਗੀ ਨਹੀਂ? ਐਦਾਂ ਨਹੀਂ ਸੀ। ਲੋਕੀ ਔਨ ਦ ਕਲਚਰਲ ਈਥੋਸ, ਸਾਰਾ ਸਾਡਾ ਲੈਂਗੁਏਜ ਪੰਜਾਬ ਦੇ ਵਿੱਚ ਬਿਲਕੁਲ ਕੋਈ ਨਹੀਂ ਸੀ, ਕੋਈ ਗਲਤ ਨਹੀਂ ਸੀ, ਇੱਕ ਦੂਜੇ ਦੇ ਨਾਲ ਬਹੁਤ ਵਧੀਆ ਰਹਿੰਦੇ ਸੀ। ਬਟ ਅੱਜ ਜਦੋਂ ਇਲੈਕਸ਼ਨਾਂ ਦਾ ਸਟੰਟ ਚੱਲਿਆ ਕਿ ਇਹ ਕਿਸ ਤਰ੍ਹਾਂ ਤੁਸੀਂ ਪੋਰਟਰੇ ਕਰਦੇ ਹੋ, ਉੱਥੇ ਸਾਡੇ ਕਾਫੀ ਕਮਿਊਨਲ ਫੀਲਿੰਗ ਆਈ ਆਪਣੀ ਕਮਿਊਨਿਟੀ ਨੂੰ ਡਿਫੈਂਡ ਕਰਨ ਲਈ। ਦੈਟਸ ਵਾਈ ਅਸੀਂ ਯੂਜ਼ ਕਰਦੇ ਹਾਂ ਐਕਸਪ੍ਰੈਸ਼ਨ which is still going on ਕੀ which is still going on। ਹਾਲੇ ਤਾਈਂ ਇਹ ਆਈ ਡੋਂਟ ਥਿੰਕ ਕਿ ਇੰਨੀ ਜਲਦੀ ਅਸੀਂ ਨਿਕਲਾਂਗੇ। ਕਿਸੇ ਏਰੀਆ ਨੂੰ, ਜੇ ਪੰਜਾਬ ਨੂੰ ਐਜ਼ ਅ ਰੀਜਨ ਦੇਖੋ, ਇਹਦਾ ਕਲਚਰ ਆ, ਇਹਦੀ ਲੈਂਗੁਏਜ ਆ, ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਅਸੀਂ ਦੁਸ਼ਮਣ ਹਾਂ?